ਓਸ਼ੋ ਦਾ ਲੈਕਚਰ ਜੀਵਨ ਸੰਘਰਸ਼ ਤੇ ਸਾਖਸ਼ੀ ਭਾਵ। ਜ਼ਿੰਦਗੀ 'ਚ ਜਿੱਤ ਦੇ ਦੋ ਰਾਹ ਹਨ। ਇੱਕ ਇਹ ਕਿ ਤੁਸੀਂ ਲੜੋ ਤੇ ਜਿੱਤਣ ਦੀ ਕੋਸ਼ਿਸ਼ ਕਰੋ, ਪਰ ਉਹ ਸਾਫ਼ ਰਾਹ ਸਿਰਫ ਭਾਸ ਰਾਹ ਹੈ। ਲੜਾਈ ਤਾਂ ਬਹੁਤ ਹੋਏਗੀ, ਪਰ ਜਿੱਤ ਹੱਥ ਨਹੀਂ ਆਏਗੀ। ਲੜੋਗੇ ਤੁਸੀਂ ਜ਼ਰੂਰ, ਤੇ ਬਹੁਤ ਵਾਰ ਅਜਿਹਾ ਲੱਗੇਗਾ ਕਿ ਜਿੱਤ ਬਿਲਕੁਲ ਕਰੀਬ ਹੈ। ਫਿਰ ਵੀ ਤੁਸੀਂ ਪਾਓਗੇ ਕਿ ਜਿੱਤ ਕਦੀ ਹੱਥ 'ਚ ਨਹੀਂ ਆਉਂਦੀ। ਜਿੱਤ ਚੁੱਕਦੀ ਚਲੀ, ਖੁੰਝਦੀ ਚਲੀ ਜਾਏਗੀ। ਹਮੇਸ਼ਾ ਲੱਗੇਗਾ ਭਵਿੱਖ 'ਚ ਜਿੱਤ ਹੋ ਸਕੇਗੀ। ਤੁਹਾਡਾ ਤਰਕ, ਤੁਹਾਡੀ ਬੁੱਧੀ ਸਭ ਕਹਿਣਗੇ ਕਿ ਜਿੱਤ ਸੰਭਵ ਹੈ, ਲੇਕਿਨ ਜਿੱਤ ਸੰਭਵ ਨਹੀਂ ਹੋਏਗੀ। ਉਹਦੇ ਕਾਰਨ ਹਨ, ਕਿਉਂਕਿ ਜਿਸ ਨਾਲ ਤੁਸੀਂ ਲੜ ਰਹੇ ਹੋ ਉਹ ਤੁਹਾਡਾ ਹੀ ਹਿੱਸਾ ਹੈ। ਜਿਵੇਂ ਕੋਈ ਆਪਣੇ ਦੋਹਾਂ ਹੱਥਾਂ ਨੂੰ ਲੜਾਵੇ ਤਾਂ ਜਿੱਤ ਕੀ ਹੋਏਗੀ? ਕਿਸ ਦੀ ਹੋਏਗੀ? ਦੋਹਾਂ ਹੱਥਾਂ ਦੇ ਅੰਦਰ ਮੈਂ ਹੀ ਹਾਂ। ਜੇ ਮੈਂ ਚਾਹਾਂ ਤਾਂ ਖੱਬੇ ਹੱਥ ਨੂੰ ਸੱਜੇ ਹੱਥ ਨਾਲ ਲੜਾ ਸਕਦਾ, ਪਰ ਇਸ ਤੋਂ ਇਸ ਭੁਲੇਖੇ 'ਚ ਨਾ ਪੈ ਜਾਣਾ ਕਿ ਸੱਜਾ ਹੱਥ ਮੈਂ ਹਾਂ, ਕਿ ਖੱਬਾ ਹੱਥ ਮੈਂ ਹਾਂ, ਦੂਜਾ ਹੱਥ ਮੈਂ ਨਹੀਂ ਹਾਂ। ਲੜਾਈ ਹੋ ਸਕਦੀ ਹੈ, ਲੇਕਿਨ ਉਹ ਲੜਾਈ ਵਿਅਰਥ ਹੋਏਗੀ। ਨਾ ਤਾਂ ਸੱਜਾ ਜਿੱਤ ਸਕਦਾ, ਨਾ ਖੱਬਾ। ਚਾਹਾਂ ਤਾਂ ਮੈਂ ਕਿਸੇ ਨੂੰ ਜਿਤਾਉਣ ਦੇ ਭੁਲੇਖੇ 'ਚ ਪੈ ਸਕਦਾ ਕਿ ਮੈਂ ਸੱਜੇ ਨੂੰ ਉੱਪਰ ਕਰ ਲਵਾਂ, ਖੱਬੇ ਨੂੰ ਹੇਠਾਂ ਕਰ ਲਵਾਂ, ਤੇ ਸੋਚਾਂ ਕਿ ਸੱਜਾ ਜਿੱਤ ਗਿਆ। ਪਰ ਇਹ ਜਿੱਤ ਬਿਲਕੁਲ ਝੂਠੀ ਹੈ, ਕਿਉਂਕਿ ਕਿਸੇ ਵੀ ਛਿਣ ਮੈਂ ਖੱਬੇ ਨੂੰ ਉੱਪਰ ਕਰ ਸਕਦਾ, ਕਿਉਂਕਿ ਦੋਹਾਂ ਦੇ ਅੰਦਰ ਮੈਂ ਹੀ ਲੜ ਰਿਹਾ। ਇਸ ਲਈ ਜਿੱਤਣ ਦਾ ਕੋਈ ਉਪਾਅ ਨਹੀਂ ਹੈ, ਹਾਰਨ ਦਾ ਕੋਈ ਉਪਾਅ ਨਹੀਂ ਹੈ। ਨਾ ਤਾਂ ਕਦੇ ਪੂਰੀ ਹਾਰ ਹੋਏਗੀ, ਨਾ ਕਦੇ ਪੂਰੀ ਜਿੱਤ ਹੋਏਗੀ। ਇੱਕ ਗੱਲ ਤਾਂ ਇਹ ਹੈ ਕਿ ਇਸ ਸੰਘਰਸ਼ ਵਿੱਚ, ਦੋਹਾਂ ਹੱਥਾਂ ਦੀ ਲੜਾਈ ਵਿੱਚ, ਜੋ ਮੇਰੇ ਹਨ, ਮੇਰੀ ਸ਼ਕਤੀ ਕਮਜ਼ੋਰ ਹੋਏਗੀ, ਖਰਚ ਹੋਏਗੀ, ਨਸ਼ਟ ਹੋਏਗੀ। ਇਸ ਰਾਹ ਤੋਂ ਜਿਹੜਾ ਚੱਲੇਗਾ ਉਹ ਸਿਰਫ ਖੁੰਝੇਗਾ। ਜਿੱਤੇਗਾ ਕਦੇ ਨਹੀਂ, ਹਾਰ ਵੀ ਕਦੇ ਪੂਰੀ ਨਹੀਂ ਹੋਏਗੀ, ਤੇ ਭਰਮ ਬਣਿਆ ਹੀ ਰਹੇਗਾ ਕਿ ਜਿੱਤ ਹੋ ਸਕਦੀ ਹੈ। ਇਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅਸੀਂ ਇਸੇ ਰਾਹ ਨੂੰ ਜਨਮਾਂ ਜਨਮਾਂ ਤੋਂ ਪਾਰ ਕੀਤਾ ਹੈ। ਇਸ ਲਈ ਨਾ ਤਾਂ ਅਸੀਂ ਜਿੱਤ ਗਏ ਹਾਂ ਤੇ ਨਾ ਅਸੀਂ ਹਾਰ ਗਏ ਹਾਂ। ਤੁਸੀਂ ਜਿੱਥੇ ਖੜੇ ਹੋ ਉਹ ਥਾਂ ਨਾ ਜਿੱਤ ਦੀ ਹੈ, ਨਾ ਹਾਰ ਦੀ। ਤੁਸੀਂ ਜੇਕਰ ਹਾਰ ਵੀ ਗਏ ਹੁੰਦੇ ਤਾਂ ਤੁਸੀਂ ਦੂਜਾ ਰਾਹ ਚੁਣ ਲਿਆ ਹੁੰਦਾ। ਹਾਰ ਵੀ ਪੱਕੀ ਨਾ ਹੋ ਸਕੀ ਤੇ ਆਸ ਜਿੱਤ ਦੀ ਬਣੀ ਹੋਈ ਹੈ, ਤੇ ਜਿੱਤ ਵੀ ਨਾ ਹੋ ਸਕੀ। ਕ੍ਰੋਧ ਨਾਲ ਤੁਸੀਂ ਲੜਦੇ ਹੋ, ਛਿਣ ਭਰ ਨੂੰ ਲੱਗਦਾ ਹੈ ਜਿੱਤ ਜਾਓਗੇ, ਲੇਕਿਨ ਦੂਜੇ ਛਿਣ ਹੀ ਪਤਾ ਲੱਗਦਾ ਹੈ ਕਿ ਜਿੱਤ ਕਲਪਨਾ ਹੈ। ਕ੍ਰੋਧ ਫਿਰ ਪਕੜ ਲੈਂਦਾ ਹੈ। ਤੁਸੀਂ ਕਾਮ ਵਾਸ਼ਨਾ ਨਾਲ ਲੜਦੇ ਹੋ, ਛਿਣ ਭਰ ਨੂੰ ਲੱਗਦਾ ਹੈ ਤੁਸੀਂ ਜੇਤੂ ਹੋ ਗਏ, ਫਿਰ ਤੁਸੀਂ ਹਾਰ ਜਾਂਦੇ ਹੋ। ਇਸ ਪ੍ਰਕਿਰਿਆ ਨੂੰ ਠੀਕ ਤਰ੍ਹਾਂ ਨਾਲ ਸਮਝ ਲੈਣਾ। ਕਾਮ ਵਾਸਨਾ ਨਾਲ ਤੁਸੀਂ ਲੜਦੇ ਕਾਹਦੋਂ? ਜਦੋਂ ਕਾਮ ਵਾਸ਼ਨਾ ਦਾ ਜਵਾਰ ਉਤਾਰ ਤੇ ਹੁੰਦਾ ਹੈ, ਤਦ ਤੁਹਾਨੂੰ ਭਰਮ ਹੁੰਦਾ ਹੈ ਤੁਸੀਂ ਜਿੱਤ ਰਹੇ ਹੋ। ਕਾਮ ਕਰਮ ਤੋਂ ਬਾਅਦ ਆਪਣੇ ਆਪ ਹੀ ਕਾਮ ਵਾਸਨਾ ਉਤਾਰ ਤੇ ਹੁੰਦੀ ਹੈ, ਜਿਵੇਂ ਕਿ ਭੋਜਨ ਕਰ ਲੈਣ ਤੋਂ ਬਾਅਦ ਭੁੱਖ ਖਤਮ ਹੋ ਗਈ ਹੁੰਦੀ ਹੈ। ਉਸ ਸਮੇਂ ਤੁਸੀਂ ਸੋਚ ਸਕਦੇ ਹੋ ਕਿ ਉਪਵਾਸ ਕੀਤਾ ਜਾ ਸਕਦਾ ਹੈ। ਉਹ ਕੋਈ ਹੈਰਾਨੀ ਦੀ ਗੱਲ ਨਹੀਂ। ਭੁੱਖ ਤੋਂ ਬਾਅਦ, ਭੁੱਖ ਮਿਟ ਜਾਣ ਤੋਂ ਬਾਅਦ, ਭੋਜਨ ਤੋਂ ਪਿੱਛੋਂ ਤਾਂ ਆਦਮੀ ਉਪਵਾਸ ਕਰਦਾ ਹੀ ਹੈ, ਲੇਕਿਨ 8-10 ਘੰਟੇ ਪਿੱਛੋਂ ਇਹ ਨਿਰਣਾ ਟਿਕੇਗਾ ਨਹੀਂ, ਕਿਉਂਕਿ ਭੁੱਖ ਜਦ ਫਿਰ ਵਾਪਸ ਆ ਜਾਏਗੀ ਤਾਂ ਤੁਸੀਂ ਪਾਓਗੇ ਕਿ ਉਪਵਾਸ ਮੁਸ਼ਕਿਲ ਹੈ। ਭਰੇ ਪੇਟ ਆਦਮੀ ਉਪਵਾਸ ਦਾ ਨਿਰਣਾ ਲੈ ਸਕਦਾ ਹੈ, ਨਾ ਵੀ ਲਵੇ ਤਾਂ ਵੀ ਉਪਵਾਸ ਦੀ ਪ੍ਰਸ਼ੰਸਾ ਕਰ ਸਕਦਾ ਹੈ, ਤੇ ਭੁੱਖੇ ਪੇਟ ਨਿਰਣਾ ਟੁੱਟ ਜਾਂਦਾ ਹੈ। ਜਦੋਂ ਕਾਮ ਵਾਸ਼ਨਾ ਦੀ ਸ਼ਕਤੀ ਤੁਹਾਡੇ ਅੰਦਰ ਭਰੀ ਹੁੰਦੀ ਹੈ, ਤਾਂ ਤੁਸੀਂ ਕਾਮ ਲਈ ਤਾਂਘਵਾਨ ਹੋ ਚੁੱਕੇ ਹੁੰਦੇ ਹੋ। ਜਦੋਂ ਤੁਸੀਂ ਸੰਭੋਗ ਤੋਂ ਬਾਅਦ ਕਾਮ ਵਾਸਨਾ ਦੀ ਸ਼ਕਤੀ ਖਾਰਿਜ ਕਰ ਲੈਂਦੇ ਹੋ, ਭੁੱਖ ਮਿਟ ਗਈ, ਤਦ ਤੁਸੀਂ ਪਛਤਾਵਾ ਕਰਦੇ ਹੋ। ਤਦ ਤੁਸੀਂ ਸੋਚਦੇ ਹੋ ਕਿ ਕਿਸ ਵਿਅਰਥ ਦੇ ਕੰਮ 'ਚ ਪਿਆ, ਕਿਉਂ ਜੀਵਨ ਦੀ ਸ਼ਕਤੀ ਨੂੰ ਨਸ਼ਟ ਕਰ ਰਹੇ ਹਾਂ। ਇਹ ਸਭ ਕੀ ਹੈ? ਇਹ ਤਾਂ ਪਸ਼ੂਆਂ ਜਿਹਾ ਹੈ। ਤੇ ਜਦ ਤੁਸੀਂ ਫੈਸਲੇ ਲੈਂਦੇ ਹੋ ਬ੍ਰਹਮਚਰਜ ਦੇ, ਲੇਕਿਨ ਉਹ ਫੈਸਲੇ ਝੂਠੇ ਹੈ। ਥੋੜੀ ਦੇਰ ਬਾਅਦ ਜਦ ਕਾਮ ਊਰਜਾ ਮੁੜ ਕੇ ਇਕੱਠੀ ਹੋ ਜਾਏਗੀ, ਤੁਸੀਂ ਪਾਓਗੇ ਤੁਹਾਡੇ ਫੈਸਲੇ ਟੁੱਟ ਗਏ। ਇਸਤਰੀ ਮੁੜ ਕੇ ਸੋਹਣੀ ਲੱਗਦੀ ਹੈ, ਪੁਰਸ਼ ਮੁੜ ਕੇ ਆਕਰਸ਼ਕ ਹੋ ਗਿਆ, ਮਨ ਫੇਰ ਵਾਸਨਾ ਨਾਲ ਭਰ ਗਿਆ। ਤਾਂ ਤੁਸੀਂ ਜਦ ਤੁਹਾਡਾ ਪੇਟ ਭਰਿਆ ਹੁੰਦਾ ਹੈ, ਉਪਵਾਸ ਦੇ ਪੱਖ 'ਚ ਜਾਂਦੇ ਹੋ। ਜਦ ਤੁਹਾਡਾ ਪੇਟ ਭੁੱਖਾ ਹੁੰਦਾ ਹੈ, ਤੁਸੀਂ ਭੋਜਨ ਦੇ ਸੁਪਨੇ ਵੇਖਣ ਲੱਗਦੇ ਹੋ। ਨਾ ਹੀ ਤੁਸੀਂ ਕਦੇ ਜਿੱਤਦੇ ਹੋ, ਨਾ ਹੀ ਕਦੇ ਹਾਰਦੇ ਹੋ। ਕਦੇ ਤੁਹਾਨੂੰ ਜਿੱਤ ਦਾ ਭਰਮ ਹੁੰਦਾ ਹੈ, ਕਦੇ ਤੁਹਾਨੂੰ ਹਾਰ ਦਾ ਭਰਮ ਹੁੰਦਾ ਹੈ, ਪਰ ਪੂਰੀ ਕੋਈ ਵੀ ਗੱਲ ਨਹੀਂ ਹੋ ਪਾਉਂਦੀ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਸ ਨਾਲ ਤੁਸੀਂ ਲੜ ਰਹੇ ਹੋ, ਜੋ ਲੜ ਰਿਹਾ ਹੈ, ਜਿਸ ਨਾਲ ਲੜ ਰਿਹਾ ਹੈ, ਉਹ ਦੋਨੋਂ ਇੱਕ ਹੀ ਸ਼ਕਤੀ ਦੇ ਹਿੱਸੇ ਹੈ। ਕੌਣ ਲੜ ਰਿਹਾ ਕਾਮ ਵਾਸਨਾ ਨਾਲ? ਕੌਣ ਲੜ ਰਿਹਾ ਇੰਦਰੀਆਂ ਨਾਲ? ਕੌਣ ਲੜ ਰਿਹਾ ਪਾਪ ਨਾਲ? ਕੌਣ ਲੜ ਰਿਹਾ ਕ੍ਰੋਧ ਨਾਲ? ਇਹਨੂੰ ਜ਼ਰਾ ਠੀਕ ਤਰ੍ਹਾਂ ਸਮਝ ਲੈਣਾ। ਜਿਹੜਾ ਕ੍ਰੋਧ ਕਰ ਰਿਹਾ ਉਹੀ ਕ੍ਰੋਧ ਨਾਲ ਲੜ ਰਿਹਾ। ਸਵੇਰੇ ਕ੍ਰੋਧ ਕਰਦਾ, ਸ਼ਾਮੀ ਕ੍ਰੋਧ ਨਾਲ ਲੜਦਾ। ਜਿਹਨੇ ਕੀਤਾ ਸੀ ਉਹੀ। ਤੁਸੀਂ ਖੁਦ ਨੂੰ ਦੋ 'ਚ ਵੰਡ ਲੈਂਦੇ ਹੋ। ਤੁਹਾਡੇ 'ਚੋਂ ਕੋਈ ਜੇਕਰ ਤਾਸ਼ ਖੇਡਣ ਦੇ ਸ਼ੌਕੀਨ ਹੈ, ਉਹ ਜਾਣਦੇ ਆ ਵੀ ਤਾਸ਼ ਦੀ ਇੱਕ ਖੇਡ ਹੁੰਦੀ ਹੈ, ਜਿਸ ਨਾਲ ਇੱਕੋ ਖਿਡਾਰੀ ਹੁੰਦਾ ਹੈ। ਉਹ ਦੋਹਾਂ ਪਾਸਿਆਂ ਤੋਂ ਪੱਤੇ ਵਿਛਾ ਦਿੰਦਾ ਹੈ। ਇੱਕ ਦਫਾ
ਇਸ ਪਾਸੇ ਤੋਂ ਚੱਲਦਾ ਹੈ, ਦੂਜੀ ਦਫ਼ਾ ਉਸ ਪਾਸੇ ਤੋਂ ਚੱਲਦਾ ਹੈ, ਇਕੱਲਾ ਹੀ ਖੇਡਦਾ ਹੈ, ਹਾਰ ਜਿੱਤ ਦਾ ਮਜ਼ਾ ਲੈਂਦਾ ਹੈ। ਹੁਣ ਇਹ ਬੜੀ ਮਜ਼ੇਦਾਰ ਗੱਲ ਹੈ, ਕੌਣ ਜਿੱਤੇਗਾ ਕੌਣ ਹਾਰੇਗਾ ਉਹ ਇਕੱਲਾ ਹੀ ਹੈ ਇਸ ਖੇਡ 'ਚ, ਆਪਣੇ ਹੀ ਨਾਲ ਲੁਕਣ ਮੀਟੀ ਚੱਲਦੀ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ, ਕਿਉਂਕਿ ਇਸ ਰਾਹ ਤੇ ਜਿੱਥੇ ਜਿੱਤ ਦੀ ਆਸ ਰਹਿੰਦੀ ਹੈ, ਜਿੱਤ ਕਦੀ ਹੁੰਦੀ ਨਹੀਂ। ਅਸੀਂ ਜਨਮਾਂ ਜਨਮਾਂ ਦੀ ਸ਼ਕਤੀ ਨਸ਼ਟ ਕੀਤੀ ਹੈ। ਬਹੁਤੇ ਲੋਕ ਅੱਜ ਵੀ ਇਸੇ ਤਰ੍ਹਾਂ ਸ਼ਕਤੀ ਨਸ਼ਟ ਕਰ ਰਹੇ ਹਨ। ਉਹਨਾਂ ਦੀ ਭੁੱਲ ਸੁਭਾਵਕ ਹੈ, ਕਿਉਂਕਿ ਆਸ ਤਾਂ ਵੱਜਦੀ ਹੈ। ਮੈਂ ਇੱਕ ਘਰ 'ਚ ਮਹਿਮਾਨ ਸੀ, ਬਹੁਤ ਵੱਡੇ ਕਰੋੜਪਤੀ ਦੇ ਘਰ। ਉਹ ਬੜੇ ਬਿਰਧ ਸਨ, ਹੁਣ ਤਾਂ ਚੱਲ ਵਸੇ, ਬੜੇ ਦਾਨੀ ਸਨ, ਰਾਜਸਥਾਨ ਦੇ ਹੀ ਸਨ। ਜਦ ਮੈਂ ਉਹਨਾਂ ਦੇ ਘਰ ਮਹਿਮਾਨ ਸੀ ਤਦ ਉਹਨਾਂ ਦੀ ਉਮਰ ਕੋਈ 65 ਸਾਲ ਤੋਂ ਉੱਪਰ ਰਹੀ ਹੋਏਗੀ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜ਼ਿੰਦਗੀ 'ਚ 4 ਵਾਰ ਬ੍ਰਹਮਚਰਜ ਦਾ ਨਿਯਮ ਲੈ ਚੁੱਕਾ। ਮੇਰੇ ਨਾਲ ਇੱਕ ਮਿੱਤਰ ਹੋਰ ਸਨ, ਉਹ ਬੜੇ ਪ੍ਰਭਾਵਿਤ ਹੋਏ। ਮੈਂ ਉਹਨਾਂ ਨੂੰ ਕਿਹਾ ਕਿ ਤੂੰ ਇੰਨਾ ਪ੍ਰਭਾਵਿਤ ਨਾ ਹੋ, ਪਹਿਲਾਂ ਇਹ ਪੁੱਛ 5ਵੀਂ ਵਾਰ ਕਿਉਂ ਨਹੀਂ ਲਿਆ? ਕਿਉਂਕਿ 4 ਵਾਰ ਬ੍ਰਹਮਚਰਜ ਦਾ ਨਿਯਮ ਲੈਣ ਦਾ ਮਤਲਬ ਕੀ ਹੁੰਦਾ ਹੈ? ਮਤਲਬ ਹੁੰਦਾ 3 ਵਾਰ ਤਾਂ ਟੁੱਟਿਆ। ਜਿਹਦਾ 3 ਵਾਰ ਟੁੱਟਿਆ ਕਾਹਲੀ ਨਾ ਕਰ, ਉਹ ਤੋਂ ਪੁੱਛ ਕੇ 5ਵੀਂ ਵਾਰ ਕਿਉਂ ਨਹੀਂ ਲਿਆ? ਉਹ ਬਿਰਧ ਰੋਣ ਲੱਗ ਪਏ ਤੇ ਉਹਨਾਂ ਨੇ ਕਿਹਾ, ਤੁਸੀਂ ਠੀਕ ਰਗ ਪਕੜ ਲਈ। ਜਿਹਨੂੰ ਵੀ ਮੈਂ ਕਹਿੰਦਾ ਕਿ ਮੈਂ 4 ਵਾਰ ਨਿਯਮ ਲਿਆ ਤਾਂ ਕਿਸੇ ਨੇ ਮੈਥੋਂ ਹੁਣ ਤੱਕ ਨਹੀਂ ਪੁੱਛਿਆ ਵੀ 5ਵੀਂ ਵਾਰ ਲੈਣ ਦੀ ਹਿੰਮਤ ਕਿਉਂ ਨਾ ਪਈ। ਸਮਝ ਗਿਆ ਕਿ ਸਾਡੇ ਕੋਲੋਂ ਨਹੀਂ ਹੋ ਸਕਣਾ। ਪਰ ਉਹ ਆਦਮੀ ਇਮਾਨਦਾਰ ਹੈ। ਇਹੀ ਸਮਝ ਕਾਫੀ ਇਮਾਨਦਾਰੀ ਦੀ ਹੈ। ਇਹੀ ਸਮਝ ਜੇਕਰ ਥੋੜੀ ਹੋਰ ਗਹਿਰੀ ਹੋਵੇ, ਪਰ ਉਹ ਇੰਨੀ ਗਹਿਰੀ ਨਹੀਂ ਹੋ ਸਕੀ। ਉਹਨਾਂ ਨੇ ਸਮਝਿਆ ਕਿ ਮੈਂ ਕਮਜ਼ੋਰ ਹਾਂ, ਇਸ ਲਈ ਨਹੀਂ ਜਿੱਤ ਸਕਿਆ। ਲੇਕਿਨ ਇਹ ਗੱਲ ਗਲਤ ਹੈ। ਤੁਸੀਂ ਕਮਜ਼ੋਰ ਨਹੀਂ ਹੋ। ਤੁਸੀਂ ਜਿਸ ਢੰਗ ਨਾਲ ਲੜ ਰਹੇ ਹੋ, ਢੰਗ ਹੀ ਅਜਿਹਾ ਜਿਸ 'ਚ ਤੁਸੀਂ ਜਿੱਤ ਨਹੀਂ ਸਕਦੇ। ਇਸ ਫਰਕ ਨੂੰ ਠੀਕ ਤਰ੍ਹਾਂ ਸਮਝ ਲਓ, ਨਹੀਂ ਤਾਂ ਸਾਰੀਆਂ ਸਾਧਨਾ ਪ੍ਰਣਾਲੀਆਂ ਤੁਹਾਨੂੰ ਅਣਜਾਣੇ ਹੀਣ ਭਾਵ, ਹੀਣ ਗੁੰਝਲ ਨਾਲ ਭਰ ਦਿੰਦੀਆਂ। ਸਾਧੂ ਹਨ, ਸੰਨਿਆਸੀ ਹਨ, ਉਹ ਤੁਹਾਨੂੰ ਸਮਝਾਉਂਦੇ ਹਨ ਕਿ ਬ੍ਰਹਮਚਰਜ ਦਾ ਵਰਤ ਲੈਣਾ। ਉਹਨਾਂ ਦੀ ਗੱਲ ਪ੍ਰਭਾਵਿਤ ਕਰਦੀ ਹੈ ਤੁਹਾਨੂੰ, ਕਿਉਂਕਿ ਕਾਮ ਵਾਸ਼ਨਾ ਦੇ ਛਿੰਨ 'ਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਗੁਲਾਮ ਹੋ ਗਏ ਹੋ। ਕੋਈ ਚੀਜ਼ ਤੁਹਾਨੂੰ ਤੋੜ ਰਹੀ ਹੈ, ਤੁਸੀਂ ਆਪਣੇ ਮਾਲਕ ਨਹੀਂ ਹੋ। ਇਸ ਲਈ ਕਾਮ ਵਾਸ਼ਨਾ 'ਚ ਦੰਸ਼ ਹੈ। ਕਾਮ ਵਾਸ਼ਨਾ ਦੀ ਜੋ ਪੀੜ ਹੈ, ਕਾਮ ਵਾਸਨਾ ਨਹੀਂ ਹੈ, ਉਹ ਗੁਲਾਮੀ ਦਾ ਅਹਿਸਾਸ ਹੈ। ਅਜਿਹਾ ਲੱਗਦਾ ਹੈ ਕਿ ਕੋਈ ਖਿੱਚ ਰਿਹਾ ਜ਼ਬਰਦਸਤੀ ਤੇ ਮੈਨੂੰ ਖਿੱਚਿਆ ਜਾਣਾ ਪੈ ਰਿਹਾ ਹੈ। ਮੈਂ ਕੁਝ ਕਰ ਵੀ ਨਹੀਂ ਸਕਦਾ। ਇਸ ਲਈ ਸਾਧੂ ਸੰਨਿਆਸੀ ਦੀ ਗੱਲ ਆਕਰਸ਼ਕ ਲੱਗਦੀ ਹੈ। ਸਾਰੇ ਚਾਹੁੰਦੇ ਆ ਸਾਡੀ ਮਲਕੀਅਤ ਹੋਵੇ। ਅਸੀਂ ਅਜਿਹੇ ਹੋਈਏ ਕਿ ਕੋਈ ਸਾਨੂੰ ਤੋੜ ਨਾ ਸਕੇ। ਅਸੀਂ ਅਜਿਹੇ ਹੋਈਏ ਕਿ ਜੋ ਅਸੀਂ ਕਰਨਾ ਚਾਹੀਏ ਉਹੀ ਕਰੀਏ। ਅਜਿਹੀ ਹਾਲਤ ਨਾ ਹੋਵੇ ਸਾਡੀ ਕਿ ਅਸੀਂ ਜੋ ਨਹੀਂ ਕਰਨਾ ਚਾਹੁੰਦੇ ਉਹ ਵੀ ਸਾਨੂੰ ਕਰਨਾ ਪਵੇ। ਉਹੀ ਤਾਂ ਗੁਲਾਮੀ ਹੈ। ਸੋ ਕਾਮ ਵਾਸ਼ਨਾ ਦੇ ਖਿਲਾਫ ਗੱਲਾਂ ਸੁਣਨੀਆਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ। ਚੰਗੀਆਂ ਇਸ ਤਰ੍ਹਾਂ ਲੱਗਦੀਆਂ ਕਿਉਂਕਿ ਉਹ ਕਾਮ ਵਾਸ਼ਨਾ ਦੀ ਗੁਲਾਮੀ ਦਾ ਅਸੀਂ ਅਨੁਭਵ ਕੀਤਾ ਹੈ। ਇਸ ਲਈ ਜਦ ਵੀ ਕੋਈ ਕਹਿੰਦਾ ਹੈ ਕਿ ਅਸੀਂ ਪ੍ਰਭਾਵਿਤ ਹੁੰਦੇ ਹਾਂ, ਉਸ ਪ੍ਰਭਾਵ ਦੇ ਛਿੰਨ 'ਚ ਅਸੀਂ ਨਿਰਣਾ ਵੀ ਲੈਂਦੇ ਹਾਂ ਕਿ ਠੀਕ ਹੈ, ਹੁਣ ਅਸੀਂ ਬ੍ਰਹਮਚਰਜ ਤੇ ਆਪਣੇ ਆਪ ਨੂੰ ਰੋਕਾਂਗੇ, ਹੁਣ ਅਸੀਂ ਲੜਾਂਗੇ। ਪਰ ਨਿਰਣੇ ਨਾਲ ਕੋਈ ਜਿੱਤ ਥੋੜ੍ਹਾ ਹੀ ਹੁੰਦੀ ਹੈ। ਨਿਰਣਾ ਕਾਫੀ ਨਹੀਂ ਹੈ, ਨਿਰਣਾ ਜ਼ਰੂਰੀ ਹੈ, ਪਰ ਇਕੱਲੇ ਨਿਰਣੇ ਨਾਲ ਜਿੱਤ ਨਹੀਂ ਹੁੰਦੀ। ਕਿਹੜਾ ਰਾਹ ਤੁਸੀਂ ਚੁਣੋਗੇ, ਕਿਹੋ ਜਿਹਾ ਰਾਹ ਤੁਸੀਂ ਚੁਣੋਗੇ, ਇਸ ਉੱਤੇ ਨਿਰਭਰ ਕਰੇਗਾ। ਇਹ ਰਾਹ ਜੇਕਰ ਜਿੱਤ ਤੱਕ ਜਾਂਦਾ ਹੀ ਨਹੀਂ ਹੈ, ਫਿਰ ਤੁਹਾਡਾ ਨਿਰਣਾ ਸਿਰਫ ਭਟਕਾਏਗਾ ਤੇ ਤੁਹਾਡੇ ਨਿਰਣੇ ਦਾ ਇੱਕੋ ਨਤੀਜਾ ਹੋਏਗਾ, ਜੋ ਹੋਇਆ ਉਹ ਇਹ ਹੋਏਗਾ ਕਿ ਤੁਸੀਂ ਦੀਨ ਭਾਵ ਨਾਲ ਭਰ ਜਾਓਗੇ, ਬਾਰ-ਬਾਰ ਹਾਰੋਗੇ, ਮਾਤ ਖਾਓਗੇ। ਬਾਰ-ਬਾਰ ਨਿਰਣਾ ਟੁੱਟੇਗਾ, ਤੁਹਾਨੂੰ ਲੱਗੇਗਾ ਕਿ ਮੈਂ ਨਿਰਬਲ, ਮੈਂ ਕਮਜ਼ੋਰ, ਮੈਂ ਨਪੁੰਸਕ, ਇਹ ਮੈਥੋਂ ਨਹੀਂ ਹੋਣਾ। ਇਹ ਤਾਂ ਮਹਾਂਵੀਰਾਂ ਦਾ ਕੰਮ ਹੈ, ਕੋਈ ਲੈਣਾ ਦੇਣਾ ਨਹੀਂ ਹੈ ਮਹਾਂਵੀਰ ਵਗੈਰਾ ਦਾ। ਫਰਕ ਤੁਹਾਡੇ 'ਚ ਤੇ ਮਹਾਂਵੀਰ 'ਚ ਇਹ ਨਹੀਂ ਕਿ ਤੁਸੀਂ ਕਮਜ਼ੋਰ ਤੇ ਮਹਾਂਵੀਰ ਤਾਕਤਵਰ ਸੀ। ਫਰਕ ਇੰਨਾ ਹੈ ਕਿ ਉਹੀ ਸਹੀ ਰਾਹ ਤੇ ਹੈ, ਤੁਸੀਂ ਗਲਤ ਰਾਹ ਤੇ ਹੋ। ਤੇ ਗਲਤ ਰਾਹ ਤੇ ਕੋਈ ਵੀ ਹੋਵੇ, ਨਤੀਜੇ ਨਹੀਂ ਆਉਣਗੇ। ਸਾਰੇ ਧਰਮਾਂ ਨੇ ਮਨੁੱਖ ਨੂੰ ਹੀਣ ਗੁੰਝਲ ਨਾਲ ਭਰ ਦਿੱਤਾ ਹੈ। ਬੜੀ ਹੈਰਾਨੀ ਦੀ ਗੱਲ ਹੈ, ਸਾਰੇ ਧਰਮ ਕਹਿੰਦੇ ਹੈ ਕਿ ਤੁਸੀਂ ਹੋ ਪਰਮਾਤਮਾ, ਤੁਸੀਂ ਹੋ ਮੋਕਸ਼, ਤੁਸੀਂ ਹੋ ਬ੍ਰਹਮ ਸਰੂਪ, ਲੇਕਿਨ ਨਤੀਜਾ ਉਲਟ ਦਿਖਾਈ ਪੈਂਦਾ ਹੈ। ਜਿੱਥੇ-ਜਿੱਥੇ ਪ੍ਰਭਾਵ ਹੁੰਦਾ ਉੱਥੇ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਹਾਂ ਪਾਪੀ। ਧਰਮ ਕਹਿੰਦਾ ਕਿ ਤੁਸੀਂ ਹੋ ਪਰਮਾਤਮਾ, ਪਰ ਅਨੁਭਵ ਵਿੱਚ ਲੋਕਾਂ ਨੂੰ ਇਹ ਬੈਠਦਾ ਕਿ ਅਸੀਂ ਪਾਪੀ। ਅਨੁਭਵ ਵਿੱਚ ਬੈਠਦਾ ਕਿ ਅਸੀਂ ਹਾਂ ਦੀਨਹੀਣ, ਸਾਤੋਂ ਕੁਝ ਨਹੀਂ ਹੋਣਾ। ਕੀ ਕਾਰਨ ਹੈ ਕਿ ਧਰਮ ਜ਼ੋਰ ਤਾਂ ਦਿੰਦੇ ਆ ਤੁਹਾਡੇ ਪਰਮ ਪੁੰਨ ਦਾ, ਨਤੀਜਾ ਹੁੰਦਾ ਅਪਰਾਧ ਦਾ। ਭਾਵਿਕ ਇਨਫੀਰੀਅਰਿਟੀ, ਗਿਲਟ, ਦੀਨਤਾ, ਹੀਣਤਾ, ਨਿਰਬਲਤਾ ਤੁਹਾਡੇ 'ਚ ਪੈਦਾ ਹੁੰਦੀ ਹੈ। ਤੁਹਾਡੇ ਮਨ 'ਚ ਆਪਣੇ ਪ੍ਰਤੀ ਇੱਕ ਗਹਿਰੀ ਨਿੰਦਿਆ ਹੋ ਜਾਂਦੀ ਹੈ ਕਿ ਮੈਂ ਬੁਰਾ। ਧਿਆਨ ਰਹੇ, ਜਿਸ ਬੰਦੇ 'ਚ ਭਾਵ ਪੈਦਾ ਹੋ ਗਿਆ ਕਿ ਮੈਂ ਬੁਰਾ, ਉਹਦਾ ਪਰਮਾਤਮਾ ਨਾਲ ਸੰਬੰਧ ਜੁੜਨਾ ਕਠਿਨ ਹੈ, ਅਤੀ ਕਠਿਨ ਹੈ। ਇਸ ਲਈ ਜਿੰਨਾ ਧਾਰਮਿਕ ਹੁੰਦਾ ਹੈ ਮਨੁੱਖ, ਓਨਾ ਹੀ ਪਾਪ ਦੀ ਹੀਣ ਭਾਵਨਾ ਨਾਲ ਗ੍ਰਸਿਆ ਹੁੰਦਾ ਹੈ। ਹੋਣਾ ਉਲਟਾ ਚਾਹੀਦਾ, ਪਰ ਹੁੰਦਾ ਇਹ ਹੈ।
ਇਹਦੇ ਪਿੱਛੇ ਇਹ ਕਾਰਨ ਹੈ ਕਿ ਤੁਸੀਂ ਜਿਸ ਰਾਹ ਤੇ ਤੁਰਦੇ ਹੋ, ਉਹ ਰਾਹ ਸਫਲਤਾ ਤੱਕ ਜਾਂਦਾ ਹੀ ਨਹੀਂ। ਸਫਲਤਾ ਦਾ ਭਾਸ ਤਾਂ ਹੈ, ਨਹੀਂ ਤਾਂ ਤੁਸੀਂ ਤੁਰਦੇ ਨਾ। ਅਜਿਹਾ ਲੱਗਦਾ ਤਾਂ ਹੈ ਬਾਰ-ਬਾਰ ਕਿ ਜਿੱਤ ਜਾਵਾਂਗੇ, ਪਰ ਜਿੱਤ ਕਦੇ ਹੁੰਦੀ ਨਹੀਂ। ਜਿਹੜੇ ਮਹਾਤਮਾ ਤੁਹਾਨੂੰ ਸਮਝਾਉਂਦੇ ਰਹਿੰਦੇ ਉਹ ਵੀ ਨਹੀਂ ਜਿੱਤੇ, ਕਿਉਂਕਿ ਉਹਨਾਂ ਨੂੰ ਵੀ ਮੈਂ ਨੇੜੇ ਤੋਂ ਜਾਣਦਾ। ਇਕਾਂਤ 'ਚ ਉਹ ਵੀ ਮੈਥੋਂ ਉਹੀ ਪੁੱਛਦੇ ਆ ਜੋ ਤੁਸੀਂ ਪੁੱਛਦੇ ਹੋ। ਇਸ ਲਈ ਤੁਹਾਡੀਆਂ ਮਹਾਤਮਾਵਾਂ ਵਿੱਚ ਤੁਹਾਡੇ 'ਚ ਰੱਤੀ ਭਰ ਦਾ ਫ਼ਰਕ ਨਹੀਂ ਹੈ। ਫ਼ਰਕ ਹੈ ਤਾਂ ਇੰਨਾ ਕਿ ਤੁਸੀਂ ਥੋੜ੍ਹੇ ਇਮਾਨਦਾਰ ਹੋ, ਜ਼ਿਆਦਾ ਬੇਈਮਾਨ ਹੈ। ਜਿੱਥੇ ਉਹ ਨਹੀਂ ਜਿੱਤਦੇ, ਉਹ ਉੱਥੇ ਵੀ ਜਿੱਤ ਦਾ ਭਾਸ ਬਣਾਈ ਰੱਖਦੇ ਆ। ਸਾਧੂ ਸੰਤ ਮੇਰੇ ਕੋਲ ਆਉਂਦੇ ਆ, ਵੱਡੇ ਆਚਾਰੀਆ ਹੈ। ਸੈਂਕੜੇ ਉਹਨਾਂ ਦੇ ਸ਼ਿਸ਼ ਹਨ, ਸੈਂਕੜੇ ਉਹਨਾਂ ਦੇ ਸਾਧੂ ਸੰਨਿਆਸੀ ਹਨ। ਉਹ ਵੀ ਇਕਾਂਤ ਵਿੱਚ ਮੈਥੋਂ ਪੁੱਛਦੇ ਆ ਵੀ ਕਾਮ ਵਾਸਨਾ ਉੱਤੇ ਜਿੱਤ ਕਿਵੇਂ ਹਾਸਲ ਹੋਵੇ। ਬ੍ਰਹਮਚਰਜ ਉੱਤੇ ਉਹ ਕਿਤਾਬਾਂ ਲਿਖਦੇ ਆ। ਬ੍ਰਹਮਚਰਜ ਦਾ ਲੋਕਾਂ ਨੂੰ ਨਿਯਮ ਤੇ ਵਰਤ ਦਿਵਾਉਂਦੇ ਆ। ਬੜਾ ਜਾਲ ਹੈ। ਮੈਂ ਉਹਨਾਂ ਤੋਂ ਪੁੱਛਦਾ ਕਿ ਜਦ ਤੁਹਾਡੇ ਬ੍ਰਹਮਚਰਜ ਦਾ ਹਾਸਲ ਨਹੀਂ ਹੋਇਆ ਤੇ ਕਿਉਂ ਲੋਕਾਂ ਨੂੰ ਬ੍ਰਹਮਚਰਜ ਦਾ ਵਰਤ ਦਿਵਾ ਰਹੇ ਹੋ? ਜਿਸ ਝੰਜਟ 'ਚ ਤੁਸੀਂ ਫਸੇ ਹੋ, ਲੋਕਾਂ ਨੂੰ ਕਿਉਂ ਫਸਾ ਰਹੇ ਹੋ? ਇਮਾਨਦਾਰੀ ਨਾਲ ਕਹੋ ਕਿ ਮੈਨੂੰ ਨਹੀਂ ਹੋ ਸਕਿਆ, ਸ਼ਾਇਦ ਰਾਹ ਵੀ ਬਣੇ। ਅਸੀਂ ਰਲ ਕੇ ਸੋਚੀਏ ਕਿ ਭੁੱਲ ਕਿੱਥੇ ਹੋ ਰਹੀ ਹੈ, ਅੜਚਨ ਕਿੱਥੇ ਹੋ ਰਹੀ ਹੈ। ਭੁੱਲ ਇੱਥੇ ਹੋ ਰਹੀ ਹੈ। ਬੰਦਾ ਗਲਤ ਰਾਹ ਤੇ ਤੁਰੇ ਤਾਂ ਨਤੀਜੇ 'ਚ ਸਿਰਫ ਨਾਕਾਮੀ ਆਉਂਦੀ ਹੈ। ਸਹੀ ਰਾਹ, ਸਹੀ ਰਾਹ ਕੀ ਹੈ? ਜੇ ਤੁਸੀਂ ਆਪਣੇ ਨਾਲ ਹੀ ਲੜਦੇ ਹੋ ਤਾਂ ਤੁਸੀਂ ਜਿੱਤ ਨਹੀਂ ਸਕੋਗੇ, ਕਿਉਂਕਿ ਕੌਣ ਜਿੱਤੇਗਾ, ਕੌਣ ਹਾਰੇਗਾ, ਇਹ ਸਾਰੀਆਂ ਊਰਜਾਵਾਂ ਤੁਹਾਡੀਆਂ ਹੀ ਹੈ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਤੁਹਾਡੀਆਂ ਊਰਜਾਵਾਂ ਹਨ, ਤੁਹਾਡੀਆਂ ਹੀ ਸ਼ਕਤੀਆਂ ਹਨ। ਕੀ ਕੀਤਾ ਜਾਏ? ਇਹ ਸੂਤਰ ਤੁਹਾਨੂੰ ਦੱਸੇਗਾ ਕੀ ਕੀਤਾ ਜਾਏ। ਤੁਹਾਡੇ ਅੰਦਰ ਇੱਕ ਅਜਿਹੇ ਬਿੰਦੂ ਨੂੰ ਲੱਭਣਾ ਜ਼ਰੂਰੀ ਹੈ ਜੋ ਇਹਨਾਂ ਦੋਨਾਂ ਦੇ ਪਾਰ ਹੋਵੇ, ਤਾਂ ਜਿੱਤ ਸ਼ੁਰੂ ਹੋਏਗੀ। ਕਾਮ ਵਾਸਨਾ ਹੈ, ਬ੍ਰਹਮਚਰਜ ਦਾ ਵੀ ਲੋਭ ਹੈ, ਇਹ ਦੋਵੇਂ ਹਨ। ਇਹਨਾਂ ਦੋਹਾਂ 'ਚ ਸੰਘਰਸ਼ ਹੈ, ਇੱਕ ਹੀ ਤਲ ਤੇ ਹਨ। ਇਹਨਾਂ 'ਚ ਜਿੱਤ ਨਹੀਂ ਹੋ ਸਕਦੀ। ਇਹ ਬਰਾਬਰ ਸ਼ਕਤੀ ਵਾਲੇ ਹਨ। ਇਹਨਾਂ ਵਿਚਾਲੇ ਜਿੱਤ ਨਹੀਂ ਹੋ ਸਕਦੀ ਜੇ ਇਹਨਾਂ ਦੋਹਾਂ ਤੋਂ ਉੱਪਰ ਤੁਹਾਡੇ ਅੰਦਰ ਇੱਕ ਅਜਿਹਾ ਬਿੰਦੂ ਵੀ ਲੱਭਿਆ ਜਾ ਸਕੇ ਜੋ ਨਾ ਕਾਮ ਵਾਸਨਾ 'ਚ ਤਾਂਘਵਾਨ ਹੈ ਤੇ ਨਾ ਬ੍ਰਹਮਚਰਜ ਵਿੱਚ ਤਾਂਘਵਾਨ ਹੈ। ਫਰਕ ਸਮਝ ਲਓ। ਜਿਹੜਾ ਨਾ ਕਹਿੰਦਾ ਹੈ ਕਿ ਮੈਨੂੰ ਕਾਮ ਵਾਸਨਾ 'ਚ ਰੁਚੀ ਹੈ, ਨਾ ਮੈਨੂੰ ਬ੍ਰਹਮਚਰਜ 'ਚ ਰੁਚੀ ਹੈ, ਤੁਹਾਡੇ ਅੰਦਰ ਜੇਕਰ ਇੱਕ ਅਜਿਹਾ ਬਿੰਦੂ ਲੱਭਿਆ ਜਾ ਸਕੇ ਤਾਂ ਜਿੱਤ ਦੇ ਵੱਲ ਲੈ ਜਾਏਗਾ। ਉਸ ਬਿੰਦੂ ਨੂੰ ਹੀ ਅਸੀਂ ਸਾਕਸ਼ੀ ਭਾਵ ਕਿਹਾ ਹੈ, ਵਿਟਨੈਸ। ਉਹ ਜੋ ਸਾਕਸ਼ੀ ਮਿਲ ਜਾਏ ਤੁਹਾਡੇ ਅੰਦਰ, ਜੋ ਦੋਨਾਂ ਦੇ ਪ੍ਰਤੀ ਨਿਰਪੱਖ ਭਾਵ ਨਾਲ ਦੇਖ ਸਕੇ, ਤੁਸੀਂ ਜਿੱਤ ਦੀ ਯਾਤਰਾ ਤੇ ਨਿਕਲ ਜਾਓਗੇ। ਕਿਉਂਕਿ ਉਸ ਤੀਜੇ ਦੀ ਕੋਈ ਵੀ ਲੜਾਈ ਨਹੀਂ ਹੈ, ਉਹ ਕਿਸੇ ਨਾਲ ਲੜ ਹੀ ਨਹੀਂ ਰਿਹਾ। ਤੇ ਇਹ ਸਾਕਸ਼ੀ ਹੋ ਕੇ ਦੇਖੇਗਾ ਕਾਮ ਵਾਸਨਾ ਨੂੰ ਵੀ, ਬ੍ਰਹਮਚਰਜ ਵਾਸਨਾ ਨੂੰ ਵੀ। ਮੈਂ ਸ਼ਬਦ ਇਸਤੇਮਾਲ ਕਰਦਾ ਬ੍ਰਹਮਚਰਜ ਵਾਸਨਾ, ਇਹਨੂੰ ਠੀਕ ਤਰ੍ਹਾਂ ਸਮਝ ਲੈਣਾ। ਕਾਮ ਵੀ ਵਾਸਨਾ ਹੈ, ਬ੍ਰਹਮਚਰਜ ਵੀ ਵਾਸਨਾ ਹੈ। ਕਿਸੇ ਨੇ ਕਿਹਾ ਨਹੀਂ ਤੁਹਾਨੂੰ ਕਿ ਬ੍ਰਹਮਚਰਜ ਵੀ ਵਾਸਨਾ ਹੈ। ਜਦ ਅਸੀਂ ਕ੍ਰੋਧ ਤੋਂ ਥੱਕ ਜਾਂਦੇ ਹਾਂ, ਸੜ ਜਾਂਦੇ ਹਾਂ, ਜ਼ਖਮ ਹੋ ਜਾਂਦੇ ਆ, ਤਦ ਅਸੀਂ ਅਕਰੋਧ ਦੀ ਵਾਸਨਾ ਕਰਦੇ ਹਾਂ। ਪਰ ਇਹ ਵੀ ਵਾਸਨਾ ਹੈ। ਕ੍ਰੋਧ ਤੋਂ ਜੋ ਉਲਟ ਹੈ ਉਹ ਵਾਸਨਾ ਹੀ ਹੋਏਗੀ, ਕਾਮ ਦੇ ਜੋ ਉਲਟ ਹੈ ਉਹ ਵਾਸਨਾ ਹੀ ਹੋਏਗੀ। ਦੋਹਾਂ ਦਾ ਤਲ ਬਰਾਬਰ ਹੈ। ਉਲਟ ਹੋਣ ਨਾਲ ਕੋਈ ਚੀਜ਼ ਵਾਸਨਾ ਨਹੀਂ ਹੁੰਦੀ, ਅਜਿਹਾ ਨਾ ਸਮਝਣਾ। ਸੰਸਾਰ ਵੀ ਵਾਸਨਾ ਹੈ, ਤੇ ਜੇ ਸੰਸਾਰ ਤੋਂ ਘਬਰਾ ਕੇ ਤੁਸੀਂ ਸੰਨਿਆਸ ਲੈਂਦੇ ਹੋ, ਸੰਨਿਆਸ ਵੀ ਵਾਸਨਾ ਹੈ। ਸੰਸਾਰ ਤੋਂ ਘਬਰਾ ਕੇ ਨਹੀਂ, ਸੰਸਾਰ ਦੇ ਸਾਕਸ਼ੀ ਭਾਵ ਨਾਲ ਜਿਸ ਸੰਨਿਆਸ ਦਾ ਜਨਮ ਹੁੰਦਾ ਹੈ, ਵਾਸਨਾ ਨਹੀਂ, ਮੁਕਤੀ ਹੈ। ਜ਼ਰਾ ਜਟਿਲ ਹੈ। ਇੱਕ ਗੱਲ ਖਿਆਲ 'ਚ ਰੱਖ ਲਓ ਕਿ ਉਲਟ ਸਭ ਧਰਮੀ ਹੁੰਦੇ ਆ, ਸਮਧਰਮੀ ਹੁੰਦੇ ਆ। ਉਲਟ ਅਸਮਧਰਮੀ ਨਹੀਂ ਹੋ ਸਕਦੇ। ਜੇ ਕਾਮ ਵਾਸਨਾ ਹੈ, ਇਹਦੇ ਉਲਟ ਜੋ ਬ੍ਰਹਮਚਰਜ ਹੈ ਉਹ ਵੀ ਵਾਸਨਾ ਹੈ। ਫਰਕ ਇੰਨਾ ਹੀ ਹੈ। ਜਿਵੇਂ ਤੁਸੀਂ ਸਿੱਧੇ ਖੜੇ ਹੋ ਪੈਰਾਂ ਭਾਰ, ਫਿਰ ਤੁਸੀਂ ਸ਼ੀਸ਼ ਆਸਨ ਕਰ ਰਹੇ ਹੋ, ਦੋਨੋਂ ਤੁਸੀਂ ਹੀ ਹੋ। ਸਿਰ ਭਾਰ ਖੜੇ ਵੀ ਤੁਸੀਂ ਹੋ, ਪੈਰਾਂ ਭਾਰ ਖੜੇ ਵੀ ਤੁਸੀਂ ਹੋ। ਕਾਮ ਵਾਸਨਾ ਪੈਰਾਂ ਭਾਰ ਖੜੀ ਹੈ, ਬ੍ਰਹਮਚਰਜ ਸਿਰ ਭਾਰ ਖੜਾ ਹੈ। ਪਰ ਉਹ ਉਸੇ ਦਾ ਉਲਟਾ ਰੂਪ ਹੈ। ਕਿ ਤੁਸੀਂ ਇਹਨਾਂ ਦੋਹਾਂ ਵਾਸਨਾਵਾਂ ਦੇ ਵਿੱਚ ਇੱਕ ਸਾਕਸ਼ੀ ਭਾਵ ਨੂੰ ਪਕੜ ਸਕਦੇ ਹੋ, ਜੋ ਦੋਹਾਂ ਨੂੰ ਦੇਖ ਰਿਹਾ, ਜੋ ਦੋਹਾਂ 'ਚ ਕਿਸੇ ਦੇ ਵੀ ਪੱਖ 'ਚ ਨਹੀਂ ਹੈ, ਜੋ ਇਹਦੇ ਖਿਲਾਫ ਉਹਨੂੰ ਨਹੀਂ ਚੁਣਦਾ, ਜੋ ਦੋਹਾਂ ਨੂੰ ਦੇਖ ਰਿਹਾ, ਜੋ ਦੋਹਾਂ ਦਾ ਦ੍ਰਿਸ਼ਟਾ ਹੈ। ਇਸ ਦ੍ਰਿਸ਼ਟਾ ਭਾਵ ਦੀ ਹੀ ਜਿੱਤ ਹੋ ਸਕਦੀ ਹੈ, ਕਿਉਂਕਿ ਇਸ ਦ੍ਰਿਸ਼ਟਾ ਨੇ ਜਿੱਤਣਾ ਨਹੀਂ, ਇਹ ਜਿੱਤਿਆ ਹੀ ਹੋਇਆ ਹੈ। ਇਸ ਗੱਲ ਨੂੰ ਠੀਕ ਤਰ੍ਹਾਂ ਸਮਝੋ। ਇਹ ਦ੍ਰਿਸ਼ਟਾ ਭਾਵ ਜਿੰਨਾ ਗਹਿਰਾ ਹੁੰਦਾ ਚਲਾ ਜਾਏਗਾ, ਇਹ ਜਿੱਤਿਆ ਹੀ ਹੋਇਆ ਹੈ। ਇਹਨੇ ਜਿੱਤਣਾ ਹੀ ਨਹੀਂ, ਜਿੱਤਣ ਨੂੰ ਕੁਝ ਹੈ ਹੀ ਨਹੀਂ ਇਹਨੂੰ। ਇਹ ਲੜਾਈ ਦੇ ਬਾਹਰ ਖੜਾ ਹੋ ਗਿਆ, ਲੜਾਈ ਦੇ ਅੰਦਰ ਰਿਹਾ ਹੀ ਨਹੀਂ। ਜਿਵੇਂ ਹੀ ਤੁਸੀਂ ਲੜਾਈ ਦੇ ਬਾਹਰ ਖੜੇ ਹੁੰਦੇ ਹੋ, ਉਵੇਂ ਤੁਹਾਨੂੰ ਦਿਖਾਈ ਪੈਂਦਾ ਤੁਸੀਂ ਕਿਸ ਪਾਗਲਪਨ 'ਚ ਪਏ ਸੀ। ਕਾਮ ਤੋਂ ਬ੍ਰਹਮਚਰਜ, ਬ੍ਰਹਮਚਰਜ ਤੋਂ ਕਾਮ, ਤੁਸੀਂ ਘੜੀ ਦੇ ਪੈਂਡੂਲਮ ਵਾਂਗ ਘੁੰਮ ਰਹੇ ਸੀ। ਪਹਿਲਾਂ ਪੈਂਡੂਲਮ ਖੱਬੇ ਪਾਸੇ ਗਿਆ ਤਾਂ ਤੁਸੀਂ ਸੋਚਦੇ ਸੀ ਖੱਬੇ ਵੱਲ ਜਾ ਰਿਹਾ। ਤੁਹਾਨੂੰ ਪਤਾ ਨਹੀਂ ਖੱਬੇ ਪਾਸੇ ਜਾਂਦੇ ਸਮੇਂ ਪੈਂਡੂਲਮ ਸੱਜੇ ਪਾਸੇ ਵੱਲ ਜਾਣ ਦੀ ਸ਼ਕਤੀ ਇਕੱਠੀ ਕਰ ਰਿਹਾ ਹੈ। ਘੜੀ ਦੀ ਯੰਤਰ ਅਵਸਥਾ ਇਹ ਹੈ।
ਖੱਬੇ ਪਾਸੇ ਪੈਂਡੂਲਮ ਜਦ ਜਾ ਰਿਹਾ ਹੈ, ਤੁਹਾਨੂੰ ਦਿਸਦਾ ਹੈ ਕਿ ਖੱਬੇ ਪਾਸੇ ਜਾ ਰਿਹਾ ਹੈ, ਤੁਹਾਨੂੰ ਪਤਾ ਨਹੀਂ ਕਿ ਉਹ ਸੱਜੇ ਪਾਸੇ ਵੱਲ ਜਾਣ ਦੀ ਸ਼ਕਤੀ ਇਕੱਠੀ ਕਰ ਰਿਹਾ ਹੈ। ਜਿੰਨਾ ਉਹ ਖੱਬੇ ਜਾਏਗਾ, ਓਨਾ ਹੀ ਸੱਜੇ ਜਾ ਸਕੇਗਾ। ਫਿਰ ਉਹ ਸੱਜੇ ਜਾ ਰਿਹਾ ਹੈ ਤੇ ਤੁਸੀਂ ਸੋਚਦੇ ਹੋ ਕਿ ਉਲਟ ਜਾ ਰਿਹਾ ਹੈ। ਜਦ ਉਹ ਸੱਜੇ ਜਾ ਰਿਹਾ ਹੈ ਤਾਂ ਮੁੜ ਕੇ ਖੱਬੇ ਵੱਲ ਜਾਣ ਦੀ ਸ਼ਕਤੀ ਇਕੱਠੀ ਕਰ ਰਿਹਾ ਹੈ। ਇਹਦਾ ਮਤਲਬ ਜਦ ਤੁਸੀਂ ਬ੍ਰਹਮਚਰਜ ਦੇ ਵਿਚਾਰ ਨਾਲ ਭਰਦੇ ਹੋ ਤਾਂ ਤੁਸੀਂ ਕਾਮ ਦੇ ਤਾਂਘਵਾਨ ਹੋਣ ਦੀ ਸ਼ਕਤੀ ਇਕੱਠੀ ਕਰ ਰਹੇ ਹੋ। ਜਦ ਤੁਸੀਂ ਉਪਵਾਸ ਦਾ ਵਿਚਾਰ ਕਰਦੇ ਹੋ, ਤੁਸੀਂ ਖਾਣੇ ਦੀ ਰੁਚੀ ਮੁੜ ਕੇ ਪੈਦਾ ਕਰ ਰਹੇ ਹੋ। ਜੇ ਤੁਸੀਂ ਭੋਜਨ ਹੀ ਕਰਦੇ ਜਾਓ, ਭੋਜਨ ਹੀ ਕਰਦੇ ਜਾਓ ਤਾਂ ਭੋਜਨ ਦਾ ਰਸ ਖਤਮ ਹੋ ਜਾਏਗਾ। ਵਿਚਾਲੇ ਉਪਵਾਸ ਜ਼ਰੂਰੀ ਹੈ, ਉਸ ਨਾਲ ਭੋਜਨ ਦਾ ਰਸ ਮੁੜ ਕੇ ਪੈਦਾ ਹੁੰਦਾ ਹੈ। ਜੇ ਤੁਹਾਨੂੰ ਕੋਈ ਭੋਜਨ ਕਰਵਾਉਂਦਾ ਹੀ ਚਲਿਆ ਜਾਏ, ਤੁਸੀਂ ਘਬਰਾ ਜਾਓਗੇ, ਤੁਸੀਂ ਭੋਜਨ ਦੇ ਦੁਸ਼ਮਣ ਹੋ ਜਾਓਗੇ। ਕਾਮ ਕਰਮ ਕੀਤਾ, ਫਿਰ 2 ਦਿਨ ਦਾ ਉਪਵਾਸ ਰਿਹਾ, ਬ੍ਰਹਮਚਰਜ ਰਿਹਾ। ਉਸ ਬ੍ਰਹਮਚਰਜ 'ਚ ਤੁਸੀਂ ਫਿਰ ਕਾਮ ਕਰਮ 'ਚ ਉਤਰਨ ਦਾ ਰਸ ਇਕੱਠਾ ਕਰ ਲਓਗੇ। ਇਸ ਅੰਤਰ ਯਾਂਤਰਿਕਤਾ ਨੂੰ ਤੁਸੀਂ ਸਮਝੋਗੇ। ਨਹੀਂ ਤਾਂ ਤੁਸੀਂ ਲੜਦੇ ਰਹੋਗੇ, ਕਦੇ ਮੁਕਤ ਨਹੀਂ ਹੋ ਸਕੋਗੇ। ਤੁਹਾਡੀਆਂ ਬ੍ਰਹਮਚਰਜ ਦੀਆਂ ਗੱਲਾਂ ਕਾਮ ਰਸ ਨੂੰ ਪੈਦਾ ਕਰਨ ਵਾਲੀਆਂ ਹਨ। ਉਸ ਨਾਲ ਸਵਾਦ ਮੁੜ ਕੇ ਜਨਮਦਾ ਹੈ। ਇਹਦੇ ਉਲਟ ਵੀ ਸੱਚ ਹੈ। ਤੁਹਾਡਾ ਕਾਮ ਕਰਮ 'ਚ ਉਤਰਨਾ ਮੁੜ ਕੇ ਬ੍ਰਹਮਚਰਜ ਨੂੰ ਮਹੱਤਵਪੂਰਨ ਬਣਾ ਦਿੰਦਾ ਹੈ। ਕਾਮ ਕਰਮ 'ਚ ਉਤਰ ਕੇ ਫਿਰ ਤੁਸੀਂ ਪਛਤਾਤਾਪ ਕਰਦੇ ਹੋ। ਫਿਰ ਤੁਹਾਡਾ ਮਨ ਬੜਾ ਸਾਧੂ ਮਹਾਤਮਾ ਵਰਗਾ ਹੋ ਜਾਂਦਾ ਹੈ। ਕ੍ਰੋਧ ਕਰਕੇ ਤੁਸੀਂ ਪਛਤਾਵਾ ਕਰਦੇ ਹੋ, ਤੁਸੀਂ ਸੋਚਦੇ ਹੋ। ਤੁਹਾਡਾ ਕ੍ਰੋਧ ਪਛਤਾਵੇ ਦੇ ਉਲਟ ਹੈ। ਨਹੀਂ, ਤੁਹਾਡਾ ਪਛਤਾਵਾ ਤੁਹਾਨੂੰ ਮੁੜ ਕੇ ਕ੍ਰੋਧ ਕਰਨ ਦੀ ਸ਼ਕਤੀ ਦਿੰਦਾ ਹੈ। ਪਛਤਾਵਾ ਕ੍ਰੋਧ ਦਾ ਦੁਸ਼ਮਣ ਨਹੀਂ ਹੈ, ਕ੍ਰੋਧ ਦਾ ਮਿੱਤਰ ਹੈ। ਜੇ ਤੁਸੀਂ ਪਛਤਾਵਾ ਛੱਡ ਦਿਓ, ਤੁਹਾਡਾ ਕ੍ਰੋਧ ਖਤਮ ਹੋ ਜਾਏ। ਤੁਸੀਂ ਪਛਤਾਵਾ ਛੱਡੋਗੇ ਨਹੀਂ, ਕ੍ਰੋਧ ਦੇ ਬਾਅਦ ਤੁਸੀਂ ਬੜਾ ਮਜ਼ਾ ਲੈਂਦੇ ਹੋ ਕਿ ਪਛਤਾਵਾ ਕਰ ਰਹੇ ਹਾਂ, ਹੁਣ ਕ੍ਰੋਧੀ ਹੁੰਦੇ ਜਾ ਰਹੇ ਹਾਂ। ਤੁਹਾਨੂੰ ਪਤਾ ਨਹੀਂ ਕਿ ਉਸ ਕ੍ਰੋਧ ਦੇ ਕਾਰਨ ਜੇ ਪੈਂਡੂਲਮ ਇੱਕ ਪਾਸੇ ਚਲਾ ਗਿਆ, ਹੁਣ ਪਛਤਾਵੇ 'ਚ ਦੂਜੇ ਪਾਸੇ ਜਾਏਗਾ, ਫਿਰ ਤੋਂ ਕ੍ਰੋਧ ਵੱਲ ਜਾਣ ਦੀ ਸ਼ਕਤੀ ਇਕੱਠੀ ਹੋ ਜਾਏਗੀ। ਹੁਣੇ ਪੱਛਮ ਦੇ ਇੱਕ ਮਨੋਵਿਗਿਆਨੀ ਨੇ ਇੱਕ ਤਜਵੀਜ਼ ਪੇਸ਼ ਕੀਤੀ ਹੈ, ਬਹੁਤ ਹੈਰਾਨ ਕਰਨ ਵਾਲੀ ਹੈ, ਲੇਕਿਨ ਬਹੁਤ ਸਹੀ ਹੈ। ਉਹ ਤਜਵੀਜ਼ ਇਹ ਹੈ ਕਿ ਪਤੀ ਪਤਨੀ ਇਸ ਲਈ ਇੱਕ ਦੂਜੇ ਨਾਲ ਲੜਦੇ ਆ ਕਿਉਂਕਿ ਵਿਚਾਲੇ ਸਵਾਦ ਬਦਲਣ ਦਾ ਮੌਕਾ ਨਹੀਂ ਹੈ। ਇਹ ਬਹੁਤ ਘਬਰਾਉਣ ਵਾਲੀ ਗੱਲ ਹੈ, ਘੱਟੋ ਘੱਟ ਪੁਰਾਣੀ ਧਾਰਨਾ ਦੇ ਲੋਕਾਂ ਲਈ। ਪਰ ਇਹਦੇ ਪਿੱਛੇ ਸੱਚਾਈ ਤੇ ਪੱਛਮ 'ਚ ਇਸ ਉੱਤੇ ਪ੍ਰਯੋਗ ਚੱਲ ਰਹੇ ਹੈ। ਪ੍ਰਯੋਗ ਇਹ ਹੈ ਕਿ ਜੇ ਇੱਕ ਪਤੀ ਇੱਕ ਪਤਨੀ ਵਿਚਾਲੇ ਵਿੱਚ ਦੂਜੇ ਇਸਤਰੀ ਪੁਰਸ਼ ਨਾਲ ਸੰਬੰਧ ਕਾਇਮ ਕਰ ਲੈਣ ਤਾਂ ਉਹਨਾਂ ਦਾ ਪੁਰਾਣਾ ਸੰਬੰਧ ਮੁੜ ਕੇ ਰਸਪੂਰਨ ਹੋ ਜਾਂਦਾ ਹੈ, ਨਸ਼ਟ ਨਹੀਂ ਹੁੰਦਾ। ਸਾਡੀ ਹੁਣ ਤੱਕ ਦੀ ਧਾਰਨਾ ਉਲਟੀ ਹੈ। ਸਾਡੀ ਧਾਰਨਾ ਇਹ ਹੈ ਜੇ ਪਤੀ ਕਿਸੇ ਹੋਰ ਇਸਤਰੀ 'ਚ ਦਿਲਚਸਪੀ ਲੈਣ ਲੱਗੇ ਤਾਂ ਫਿਰ ਪਤਨੀ ਦੇ ਲਈ ਉਹਦੀ ਰੁਚੀ ਖਤਮ ਹੋ ਗਈ। ਇਹ ਬਿਲਕੁਲ ਗਲਤ ਹੈ। ਉਹਦਾ ਦੂਜੀ ਇਸਤਰੀ 'ਚ ਦਿਲਚਸਪੀ ਲੈਣਾ ਥੋੜੀ ਦੇਰ ਲਈ ਪਤਨੀ ਦੇ ਪ੍ਰਤੀ ਉਪਵਾਸ ਹੋ ਜਾਣਾ ਹੈ। ਪਤਨੀ 'ਚ ਰੁਚੀ ਵਾਪਸ ਲੈ ਆਏਗਾ। ਜੇ ਪਤਨੀ ਛੇਤੀ ਨਾ ਕਰੇ, ਸਿਰਫ ਉਡੀਕ ਕਰੇ, ਉਹ ਵਾਪਸ ਮੁੜ ਆਏਗਾ ਤੇ ਉਹ ਫਿਰ ਤਾਜ਼ੀ ਹੋ ਜਾਏਗੀ। ਇਹ ਰਸ ਫਿਰ ਨਵਾਂ ਹੋ ਜਾਏਗਾ। ਇਸ ਲਈ ਅਮਰੀਕਾ 'ਚ ਇਸਤਰੀਆਂ ਬਦਲਣ ਦਾ ਪ੍ਰਯੋਗ ਚੱਲਦਾ ਹੈ। ਛੋਟੇ ਛੋਟੇ ਕਲੱਬ ਹੈ ਜਿੱਥੇ ਲੋਕ ਆਪਣੀਆਂ ਪਤਨੀਆਂ ਵਟਾਉਂਦੇ ਹੈ। ਜਿਨ੍ਹਾਂ ਲੋਕਾਂ ਨੇ ਇਹ ਪ੍ਰਯੋਗ ਕੀਤਾ, ਉਹਨਾਂ ਸਾਰਿਆਂ ਦਾ ਬਿਆਨ ਇਹਦੇ ਮੁਤਾਬਕ ਹੈ ਕਿ ਸਾਡੀ ਆਪਣੀ ਪਤਨੀਆਂ 'ਚ ਰੁਚੀ ਵੱਧ ਗਈ ਹੈ, ਸਾਡੇ ਝਗੜੇ ਘੱਟ ਹੋ ਗਏ। ਇਹ ਕਿੰਨਾ ਹੀ ਖਤਰਨਾਕ ਜਾਪੇ ਪੁਰਾਣੀ ਧਾਰਨਾਵਾਂ ਦੇ ਲੋਕਾਂ ਨੂੰ, ਪਰ ਭਵਿੱਖ ਦੇ ਨਾਲ ਹੋਣ ਵਾਲਾ ਹੈ। ਪੁਰਾਣੀ ਨੈਤਿਕ ਧਾਰਨਾ ਬਚ ਨਹੀਂ ਸਕਦੀ ਕਿਉਂਕਿ ਉਹਨੇ ਪਤੀ ਪਤਨੀ ਨੂੰ ਕਾਫੀ ਕਸ਼ਟ ਦੇ ਦਿੱਤਾ ਹੈ। ਸੁਭਾਵਕ ਹੈ, ਨਿਯਮ ਇਹੀ ਹੈ। ਤੁਹਾਨੂੰ ਇੱਕੋ ਹੀ ਖਾਣਾ ਨਿੱਤ ਦਿੱਤਾ ਜਾਏ, ਤੁਸੀਂ ਕਿੰਨੀ ਦੇਰ ਖਾ ਸਕੋਗੇ? 7 ਦਿਨ 'ਚ ਤੁਸੀਂ ਘਬਰਾ ਜਾਓਗੇ, ਸੋਚਣ ਲੱਗੋਗੇ ਇਹ ਤੋਂ ਤਾਂ ਉਪਵਾਸ ਹੀ ਬਿਹਤਰ ਹੈ। ਪਰ ਰੋਜ਼ ਖਾਣਾ ਬਦਲ ਦਿੰਦੇ ਹੋ, ਰੁਚੀ ਬਣੀ ਰਹਿੰਦੀ ਹੈ। 4-6 ਦਿਨਾਂ ਪਿੱਛੋਂ ਫਿਰ ਉਹੀ ਖਾਣਾ, ਤੁਹਾਡੀ ਰੁਚੀ ਕਾਇਮ ਰਹਿੰਦੀ ਹੈ। ਜੀਵਨ ਦੇ ਸਾਰੇ ਤਲਾਂ ਤੇ ਇੱਕ ਗੱਲ ਗਹਿਰੇ ਰੂਪ 'ਚ ਸੱਚ ਹੈ ਕਿ ਤੁਸੀਂ ਜਿਹੜੇ ਉਲਟ 'ਚ ਡੋਲਦੇ ਰਹਿੰਦੇ ਹੋ, ਉਸ ਤੋਂ ਇਹ ਨਾ ਸਮਝਣਾ ਕਿ ਕਦੇ-ਕਦੇ ਤੁਸੀਂ ਬੜੇ ਸਾਧੂ ਹੋ ਜਾਂਦੇ ਹੋ। ਬੜੇ ਬ੍ਰਹਮਚਰਜ ਦੀ ਧਾਰਨਾ ਬਣ ਜਾਂਦੀ ਹੈ। ਬੜੀਆਂ ਗਿਆਨ ਦੀਆਂ, ਆਤਮ ਗਿਆਨ ਦੀਆਂ ਗੱਲਾਂ ਉਸ 'ਚ ਲੱਗਦੀਆਂ, ਉਹ ਕੁਝ ਵੀ ਨਹੀਂ ਹੈ। ਤੁਹਾਡੇ ਦੇਹ ਭਾਵ 'ਚ ਪਰਤਣ ਦਾ ਉਪਾਅ ਹੈ। ਹੁਣ ਅਸੀਂ ਇਹਨਾਂ ਸੂਤਰਾਂ ਨੂੰ ਲਈਏ। ਪਹਿਲਾ ਸੂਤਰ, ਭਵਿੱਖ ਦੇ ਜੀਵਨ ਸੰਗਰਾਮ 'ਚ ਸਾਖੀ ਭਾਵ ਰੱਖੋ। ਹਾਲਾਂਕਿ ਤੁਸੀਂ ਯੁੱਧ ਕਰੋਗੇ, ਪਰ ਤੁਸੀਂ ਯੋਧੇ ਨਾ ਬਣਨਾ। ਯੁੱਧ ਜਾਰੀ ਰਹੇਗਾ, ਪਰ ਸਾਖੀ ਭਾਵ ਦੇ ਯੁੱਧ 'ਚ ਇੱਕ ਫਰਕ ਹੋਏਗਾ। ਯੁੱਧ ਤੁਸੀਂ ਕਰੋਗੇ, ਪਰ ਯੋਧੇ ਨਾ ਬਣਨਾ। ਤੁਸੀਂ ਧਿਰ ਨਾ ਬਣਨਾ। ਤੁਸੀਂ ਕ੍ਰੋਧ ਦੇ ਖਿਲਾਫ ਪਛਤਾਵਾ ਨਾ ਬਣਨਾ। ਤੁਸੀਂ ਕਾਮ ਵਾਸਨਾ ਦੇ ਉਲਟ ਬ੍ਰਹਮਚਰਜ ਨਾ ਬਣਨਾ। ਤੁਸੀਂ ਯੋਧੇ ਨਾ ਬਣਨਾ, ਯੁੱਧ ਤਾਂ ਜਾਰੀ ਰਹੇਗਾ। ਤੁਸੀਂ ਸਮਭਾਵੀ ਬਣਨਾ। ਤੁਸੀਂ ਵਾਸਨਾ ਸਮਝਣਾ, ਕਾਮ ਨੂੰ ਵੀ, ਬ੍ਰਹਮਚਰਜ ਨੂੰ ਵੀ। ਤੁਸੀਂ ਸੰਸਾਰ ਨੂੰ ਵੀ ਵਾਸਨਾ ਸਮਝਣਾ ਤੇ ਸੰਨਿਆਸ ਨੂੰ ਵੀ। ਤੁਸੀਂ ਬੰਧਨ ਨੂੰ ਵੀ ਬੰਧਨ ਸਮਝਣਾ ਤੇ ਮੋਕਸ਼ ਨੂੰ ਵੀ। ਤੁਸੀਂ ਦੋਨਾਂ ਦੇ ਪਾਰ, ਉਲਟ ਦੇ ਪਾਰ ਖੁਦ ਨੂੰ ਠਹਿਰਾਣਾ। ਤੁਸੀਂ ਕਹਿਣਾ ਕਿ ਮੈਂ ਸਿਰਫ ਦੇਖਣ ਵਾਲਾ, ਕਰਨ ਵਾਲਾ ਨਹੀਂ। ਮੈਂ ਕਰਤਾ ਨਹੀਂ ਹਾਂ, ਕਿਉਂਕਿ ਕਰਤਾ ਯੋਗ ਬਣ ਜਾਂਦਾ ਹੈ। ਜਿਵੇਂ ਜਿਵੇਂ ਹੀ ਤੁਸੀਂ ਕੁਝ ਕੀਤਾ, ਤੁਸੀਂ ਯੋਧੇ ਬਣੇ। ਤੇ ਸਿਰਫ ਇੱਕ ਹੀ ਸੂਤਰ ਹੈ ਨਾ ਕਰਨ ਦਾ, ਉਹ ਹੈ ਸਾਖਸ਼ੀ। ਨਹੀਂ ਤਾਂ ਸਭ ਕੁਝ ਕਰਨਾ ਹੋ ਜਾਂਦਾ ਹੈ। ਅਸੀਂ ਜੋ ਵੀ ਕਰਦੇ ਹਾਂ ਉਸ ਵਿੱਚ ਕਰਤਾ ਭਾਵ ਆ ਜਾਂਦਾ ਹੈ।
ਕਰਤਾ ਭਾਵ ਜਿਸ ਤਲ ਤੇ ਹੁੰਦਾ ਉਸ ਤਲ ਤੇ ਜਿੱਤ ਨਹੀਂ ਹੁੰਦੀ। ਇਸ ਲਈ ਅਸੀਂ ਇੱਕ ਪੱਖ ਨੂੰ ਚੁਣ ਲੈਂਦੇ ਹਾਂ ਇੱਕ ਵਾਰ। ਜਦ ਅਸੀਂ ਇੱਕ ਪੱਖ ਨੂੰ ਚੁਣਦੇ ਹਾਂ ਦੂਜਾ ਪੱਖ ਮਜ਼ਬੂਤ ਹੁੰਦਾ ਚਲਾ ਜਾਂਦਾ ਹੈ। ਇੱਕ ਦਿਨ ਆਉਂਦਾ ਹੈ ਸਾਨੂੰ ਦੂਜਾ ਪੱਖ ਚੁਣਨਾ ਪੈਂਦਾ ਹੈ। ਜਦ ਦੂਜੇ ਨੂੰ ਚੁਣਦੇ ਹਾਂ ਪਹਿਲਾ ਮਜ਼ਬੂਤ ਹੁੰਦਾ ਚਲਾ ਜਾਂਦਾ ਹੈ। ਇਉਂ ਅਸੀਂ ਦੁਵੰਦ ਦੇ ਵਿਚਾਲੇ ਡੋਲਦੇ ਰਹਿੰਦੇ ਹਾਂ। ਕੀ ਮਤਲਬ ਹੋਇਆ ਇਸ ਦਾ? ਇਹਦਾ ਮਤਲਬ ਇਹ ਹੋਇਆ ਕਿ ਕਾਮ ਵਾਸਨਾ ਆਵੇ ਤੁਸੀਂ ਦੇਖਣਾ ਕਿ ਕਾਮ ਵਾਸਨਾ ਆਈ। ਜਦ ਕਾਮ ਵਾਸਨਾ ਆਵੇ ਤੁਸੀਂ ਮਹਿਸੂਸ ਕਰਨਾ ਕਿ ਕਾਮ ਵਾਸਨਾ ਨੇ ਤੁਹਾਨੂੰ ਘੇਰ ਲਿਆ। ਲੜਨਾ ਨਾ, ਸਿਰਫ ਜਾਣਨਾ ਕਿ ਘੇਰ ਲਿਆ। ਕਾਮ ਵਾਸਨਾ ਜੋ ਵੀ ਕਰਵਾਏ ਕਰਨਾ, ਲੇਕਿਨ ਦੂਰ ਖੜੇ ਹੋ ਕੇ ਦੇਖਦੇ ਰਹਿਣਾ ਕਿ ਕਾਮ ਵਾਸਨਾ ਇਹ ਕਰਵਾ ਰਹੀ ਹੈ। ਜਿਵੇਂ ਕਿ ਤੁਸੀਂ ਇੱਕ ਦਰਸ਼ਕ ਹੋ, ਤੁਸੀਂ ਇੱਕ ਖੇਡ ਦੇਖ ਰਹੇ ਹੋ, ਤੁਹਾਡੀ ਕੋਈ ਲੜਾਈ ਨਹੀਂ ਹੈ। ਜਦ ਕਾਮ ਵਾਸਨਾ ਪੂਰੇ ਸਿਖਰ ਤੇ ਪਹੁੰਚੇ ਤਦ ਵੀ ਤੁਸੀਂ ਦੇਖਦੇ ਰਹਿਣਾ ਕਿ ਕਾਮ ਵਾਸਨਾ 'ਚ ਇਹ ਹੋ ਰਿਹਾ। ਤੇ ਜਦ ਕਾਮ ਵਾਸਨਾ ਸਿਖਰ ਤੋਂ ਵਾਪਸ ਡਿੱਗਣ ਲੱਗੇ ਤਦ ਵੀ ਤੁਸੀਂ ਦੇਖਣਾ ਹੁਣ ਕਾਮ ਵਾਸਨਾ ਸਿਖਰ ਤੋਂ ਡਿੱਗਣ ਲੱਗੀ ਹੈ। ਪਸ਼ਚਾਤਾਪ ਮਨ ਨੂੰ ਪਕੜਨ ਲੱਗਿਆ, ਉਹਨੂੰ ਵੀ ਦੇਖਣਾ। ਪਸ਼ਚਾਤਾਪ ਘਣਾ ਹੋਣ ਲੱਗੇ, ਬ੍ਰਹਮਚਰਜ ਦੇ ਭਾਵ ਉੱਠਣ ਲੱਗਣ, ਉਹਨੂੰ ਵੀ ਦੇਖਣਾ। ਜੇਕਰ ਇਹ ਪੂਰੀ ਗੱਲ ਸਾਖਸ਼ੀ ਭਾਵ ਨਾਲ ਦੇਖ ਲਓ ਤੁਸੀਂ ਸਮਝ ਜਾਓਗੇ ਕਾਮ ਵਾਸਨਾ ਤੇ ਬ੍ਰਹਮਚਰਜ ਦੋ ਚੀਜ਼ਾਂ ਨਹੀਂ ਹੈ, ਇੱਕ ਹੀ ਲਹਿਰ ਦਾ ਉੱਠਣਾ ਡਿੱਗਣਾ ਹੈ। ਤੇ ਜਿਸ ਦਿਨ ਤੁਹਾਨੂੰ ਇਹ ਗੱਲ ਦਿਖਾਈ ਦੇ ਗਈ ਕਿ ਕਾਮ ਵਾਸਨਾ ਤੇ ਬ੍ਰਹਮਚਰਜ ਦੋਨੋਂ ਹੀ ਵਾਸਨਾ ਹੈ। ਕਾਮ ਦੀ ਉੱਠਦੀ ਲਹਿਰ ਤੇ ਬ੍ਰਹਮਚਰਜ ਦੀ ਡਿੱਗਦੀ ਲਹਿਰ। ਕ੍ਰੋਧ ਹੈ ਉੱਠਦੀ ਲਹਿਰ, ਪਛਤਾਵਾ ਹੈ ਡਿੱਗਦੀ ਲਹਿਰ, ਸੰਸਾਰ ਹੈ ਉੱਠਦੀ ਲਹਿਰ, ਸੰਨਿਆਸ ਹੈ ਡਿੱਗਦੀ ਲਹਿਰ। ਜਿਸ ਦਿਨ ਤੁਸੀਂ ਇਹਨਾਂ ਦੋਹਾਂ ਨੂੰ ਇਕੱਠਾ ਦੇਖ ਲਿਆ, ਜੁੜਿਆ ਹੋਇਆ, ਉਸੇ ਦਿਨ ਤੁਸੀਂ ਪਾਓਗੇ ਕਿ ਯੁੱਧ ਵਿੱਚ ਜਿੱਤ ਸ਼ੁਰੂ ਹੋ ਗਈ। ਬਿਨਾਂ ਯੋਧੇ ਬਣਿਆ ਚੋਣ ਬੰਦ ਹੋ ਗਈ, ਅਣਚੋਣ ਪੈਦਾ ਹੋ ਗਈ। ਹੁਣ ਚੁਣਨਾ ਵੀ ਕੀ ਹੈ? ਜੇ ਦੋਨੋਂ ਹੀ ਇੱਕ ਹੈ ਤਾਂ ਚੁਣਨ ਤੋਂ ਕੁਝ ਬਚਿਆ ਹੀ ਨਹੀਂ। ਜਦ ਚੁਣਨ ਨੂੰ ਕੁਝ ਵੀ ਨਹੀਂ ਬਚਦਾ, ਦਵੰਦ ਦੇ ਬਾਹਰ ਤੁਸੀਂ ਸਰਕਣਾ ਸ਼ੁਰੂ ਹੋ ਗਏ। ਇਸ ਸਾਖਸ਼ੀ ਨੂੰ ਪਕੜਨਾ ਤੇ ਹੌਲੀ ਹੌਲੀ ਇਸ ਸਾਖਸ਼ੀ 'ਚ ਲੀਨ ਹੁੰਦੇ ਚਲੇ ਜਾਣਾ। ਅਚਾਨਕ ਤੁਸੀਂ ਪਾਓਗੇ ਕਿ ਜੋ ਜਿੱਤ ਲੜਕੇ ਨਹੀਂ ਮਿਲੀ ਸੀ ਉਹ ਬਿਨਾਂ ਲੜੇ ਮਿਲਣੀ ਸ਼ੁਰੂ ਹੋ ਗਈ। ਯੋਧੇ ਨਾ ਬਣਨਾ, ਇਹ ਸੂਤਰ ਬਹੁਤ ਗਹਿਰਾ ਹੈ। ਯੋਧਾ ਨਾ ਬਣਨਾ। ਧੰਨਵਾਦ।